ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਟੁੱਟ ਸਵਾਗਤ ਕਰਦਾ ਹਾਂ। ਨਸ਼ੇ ਦੀ ਸਮੱਸਿਆ ਦੁਨੀਆ 'ਚ ਹਰ ਕੋਨੇ ਵਿੱਚ ਹੈ ਅਤੇ ਪੰਜਾਬੀ ਵੀ ਇਸ ਨਾਲ ਜੂਝ ਰਹੇ ਨੇ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਵੀ ਨਸ਼ੇ ਦੀ ਚਰਚਾ ਅਕਸਰ ਹੁੰਦੀ ਹੈ, ਅਤੇ ਜੇਕਰ ਅਸੀਂ ਕੈਨੇਡਾ 'ਚ ਆਏ ਹਾਂ ਤਾਂ ਕੈਨੇਡਾ 'ਚ ਵੀ ਅਕਸਰ ਜਿਹੜੀ ਆ ਨਸ਼ੇ ਦੀ ਚਰਚਾ ਹੁੰਦੀ ਆ। ਅਤੇ ਇਹਦੇ ਨਾਲ ਬਚਿਆ ਕਿਵੇਂ ਜਾ ਸਕਦਾ, ਨਸ਼ੇ ਨਾਲ ਜਾਂਦੀਆਂ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ, ਇਹਦੇ ਸੰਬੰਧੀ ਜਿਹੜੇ ਆ ਵੱਖ-ਵੱਖ ਯਤਨ ਕੀਤੇ ਜਾਂਦੇ ਰਹੇ ਨੇ। ਅਤੇ ਹੁਣ ਸਰੀ ਦੇ ਨਿਵਾਸੀ ਉਪਕਾਰ ਸਿੰਘ ਤਾਤਲੇ ਅੱਗੇ ਆਏ ਨੇ ਅਤੇ ਉਹਨਾਂ ਨੇ ਇੱਕ ਹੋਰ ਨੁਕਤਾ ਪੇਸ਼ ਕੀਤਾ ਕਿ ਕਿਸ ਤਰ੍ਹਾਂ ਜਿਹੜੀ ਓਵਰਡੋਜ਼ ਨਾਲ ਜਾਨ ਜਾਂਦੀ ਹੈ ਉਹਨੂੰ ਕਿਵੇਂ ਬਚਾਇਆ ਜਾ ਸਕਦਾ। ਉਪਕਾਰ ਸਿੰਘ ਤਾਤਲੇ ਟੀਵੀ ਪੰਜਾਬ ਦੇ ਸਟੂਡੀਓ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ 'ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਮਨਦੀਪ ਜੀ। ਅੱਛਾ, ਤੁਸੀਂ ਇੱਕ ਨਵੀਂ ਐਪ ਬਣਾਈ ਹੈ ਨਾ, ਵੀ ਉਹਦੇ ਵਿੱਚ ਹੈਲਪ ਕਰ ਸਕਦੇ ਆ ਵੀ ਓਵਰਡੋਜ਼ ਬਾਰੇ। ਕੀ ਐਪ ਆ, ਪਹਿਲਾਂ ਉਹਦੇ ਬਾਰੇ ਜਾਣਕਾਰੀ ਦੇ ਦਿਓ ਸਾਰੀ। ਹਾਂਜੀ, ਜਿਹੜੀ ਓਵਰਡੋਜ਼ ਇੰਟਰਵੈਂਸ਼ਨ ਐਪ ਹੈ, ਇਹਦਾ ਖਾਸ ਫੰਕਸ਼ਨ ਇਹੀ ਹੈ ਵੀ ਇੱਕ ਪਾਸੇ ਵੀ ਲੋਕ ਇੱਕ ਦੂਜੇ ਨਾਲ ਗੱਲ ਕਰ ਸਕਣ ਵੀ ਹਾਂ ਓਵਰਡੋਜ਼ ਸਿਚੁਏਸ਼ਨ ਆਪਣੇ ਘਰ ਇਹ ਇਸ਼ੂ ਮਸਲਾ ਬਹੁਤ ਵੱਡਾ ਆਪਣੀ ਕਮਿਊਨਿਟੀ 'ਚ ਹੈ। ਪਰ ਮੇਨ ਹੈਗਾ ਵੀ ਜਿੰਨੇ ਵੀ ਆਪਣੀ ਕਮਿਊਨਿਟੀ ਮੈਂਬਰਸ ਹੈਗੇ ਨੇ, ਸਿਆਣੇ ਤੋਂ ਲੈ ਕੇ ਛੋਟੇ ਤਾਈਂ, ਵੀ ਹਰੇਕ ਦੇ ਕੋਲ ਫੋਨ ਤਾਂ ਹੁੰਦਾ, ਪਰ ਫੋਨ ਦੇ ਵਿੱਚ ਉਹੀ ਜਿਹੀ ਟੈਕਨੋਲੋਜੀ ਹਾਲੇ ਤੱਕ ਹੈ ਨਹੀਂ ਸੀ ਜਿਹਦੇ ਤਾਂ ਉਹ ਪਛਾਣਨ ਵੀ ਹਾਂ ਇਹ ਓਵਰਡੋਜ਼ ਹੋ ਰਿਹਾ। ਅਤੇ ਉਸ ਤੋਂ ਵੀ ਗਾਂਹ ਦੇ ਸਟੈਪਸ ਕਿਹੜੇ ਕਰਨੇ ਚਾਹੀਦੇ ਨੇ ਉਹਨਾਂ ਨੂੰ। ਸੋ ਇੱਕ ਕਿਸਮ ਦੀ ਇੰਪਾਵਰਮੈਂਟ ਵੀ ਉਹਨਾਂ ਨੂੰ ਸਟਰੈਂਥ ਹੋਵੇ ਤਾਂ ਕਿ ਰਿਐਕਟ ਕਰ ਸਕਣ ਓਵਰਡੋਜ਼ ਸਿਚੁਏਸ਼ਨ ਨੂੰ। ਅਤੇ ਇਸ ਐਪ 'ਚ ਕਿਹੜੇ ਕਿਹੜੇ ਫੀਚਰ ਸ਼ਾਮਲ ਆ, ਕਿੰਨੀ ਕੁ ਇਨਫੋਰਮੇਸ਼ਨ ਇਹਦੇ ਵਿੱਚ? ਹਾਂਜੀ, ਸੋ ਫੀਚਰਸ ਤਾਂ ਇਹਦੇ ਨੰਬਰ 1 ਤਾਂ ਇਹ ਹੈ ਵੀ ਇਨਬਿਲਟ 911 ਕਾਲਿੰਗ ਫੀਚਰ ਹੈ, ਤਾਂ ਕਿ ਤੁਹਾਨੂੰ ਜਦੋਂ ਤੁਸੀਂ ਖੋਲ੍ਹਦੇ ਹੋ ਫਸਟ ਕੁਐਸਚਨ ਉਹ ਸਵਾਲ ਇਹੀ ਪੁੱਛਣਾ ਹੁੰਦਾ ਵੀ ਤੁਸੀਂ ਇਹ ਓਵਰਡੋਜ਼ ਸਿਚੁਏਸ਼ਨ ਹੈ। ਸੈਕਿੰਡ ਉਹਨੇ ਇਹ ਵੀ ਦੇਖਣਾ ਹੁੰਦਾ ਵੀ ਤੁਹਾਡੀ ਬੋਲੀ ਲੈਂਗੁਏਜ ਕਿਹੜੀ ਪ੍ਰੈਫਰੈਂਸ ਹੈ। ਸੋ ਉਹਨੂੰ ਇਹ ਵੀ ਸਿਲੈਕਟ ਤੁਸੀਂ ਕਰ ਸਕਦੇ ਹੋ ਉੱਥੇ ਵੀ ਤੁਹਾਡੀ ਮਾਂ ਬੋਲੀ ਦੇ ਵਿੱਚ ਤੁਹਾਨੂੰ ਸਾਰੀਆਂ ਸਰਵਿਸਿਜ਼ ਮਿਲਣਗੀਆਂ। ਹੋਰ ਵੀ ਇਹ ਸਟੈਪਸ ਨੇ ਜਦੋਂ ਤੁਸੀਂ ਆਨਸਰ ਕੀਤਾ ਵੀ ਓਵਰਡੋਜ਼ ਚੱਲ ਰਿਹਾ ਹੈ, ਹੋ ਰਿਹਾ ਹੈ, ਨਹੀਂ ਹੋ ਰਿਹਾ। ਨੈਕਸਟ ਹੈਗਾ ਵੀ ਤੁਹਾਨੂੰ ਜਿਹੜਾ ਵੀ ਓਵਰਡੋਜ਼ ਜਦੋਂ ਹੁੰਦੀ ਹੈ ਵੀ ਐਮਰਜੈਂਸੀ ਪ੍ਰੋਟੋਕੋਲਸ ਕਿਹੜੇ ਫੋਲੋ ਕਰਨੇ ਚਾਹੀਦੇ ਵੀ ਸਾਹ ਕਿੰਨੇ ਦੇਣੇ ਚਾਹੀਦੇ, ਕਦੋਂ ਦੇਣੇ ਚਾਹੀਦੇ ਨੇ, ਉਹ ਸਟੈਪ ਬਾਈ ਸਟੈਪ ਤੁਹਾਨੂੰ ਗਾਈਡੈਂਸ ਮਿਲਦੀ ਹੈ। ਦੂਸਰੀ ਗੱਲ ਇਹ ਵੀ ਹੈ ਵੀ ਤੁਹਾਨੂੰ ਜਿਹੜੀ ਨਲੋਕਸੋਨ ਹੈ, ਜਿਹੜੀ ਸਰਿੰਜ ਨਾਲ ਦਵਾਈ ਹੁੰਦੀ ਹੈ, ਜਦੋਂ ਅਗਲਾ ਇਨਸਾਨ ਉਹ ਓਵਰਡੋਜ਼ ਐਕਸਪੀਰੀਅੰਸ ਕਰ ਰਿਹਾ ਵੀ ਤੁਸੀਂ ਕਿਵੇਂ ਐਡਮਿਨਿਸਟਰ ਕਰਨੀ ਹੈ, ਕਦੋਂ, ਅਤੇ ਉਹਨੂੰ ਲੋਡ ਕਿਵੇਂ ਕਰਨਾ ਹੁੰਦਾ। ਕਈ ਨੂੰ ਤਾਂ ਕਦੇ ਨਲੋਕਸੋਨ ਜਾਂ ਸੂਈ ਜਿਹੜੀ ਸਰਿੰਜ ਹੁੰਦੀ ਹੈ ਉਹ ਇੰਜੈਕਸ਼ਨ ਕਰਨਾ ਆਉਂਦਾ ਹੀ ਨਹੀਂ ਹੁੰਦਾ। ਸੋ ਇਹ ਸਾਰੀਆਂ ਫੀਚਰਸ ਐਪ ਦੇ ਵਿੱਚ ਹੁੰਦੀਆਂ ਨੇ। ਅੱਛਾ, ਜਿਹੜੀ ਇਹ ਐਪ ਆ ਇਹ ਕਿਸੇ ਅਫੀਸ਼ੀਅਲਸ ਤੋਂ ਇਹਦੀ ਅਪਰੂਵਲ ਦੀ ਵੀ ਲੋੜ ਪਈ ਸੀ ਜਾਂ ਕਿ ਇਹ ਯੂਜ਼ 'ਚ ਹੁਣ ਆ ਚੁੱਕੀ ਆ? ਹਾਂਜੀ, ਅਸੀਂ ਰਿਲੀਜ਼ ਕਰਤੀ ਸੀ 2 ਮਹੀਨੇ ਬੜੀ ਟੈਸਟਿੰਗ ਕਰਨੀ ਪੈਂਦੀ ਸਾਨੂੰ। ਜਿਹੜੇ ਪ੍ਰੋਟੋਕੋਲਸ ਹੁੰਦੇ ਨੇ ਜਦੋਂ ਵੀ ਤੁਸੀਂ ਡਿਜੀਟਲ ਐਪ, ਖਾਸ ਜਦੋਂ ਤੁਸੀਂ ਮੈਡੀਕਲ ਐਡਵਾਈਸ ਦਿੰਦੇ ਹੁੰਦੇ ਹੋ, ਸੋ ਸਾਰੇ ਤੁਹਾਨੂੰ ਪ੍ਰੋਟੋਕੋਲਸ ਮੀਟ ਕਰਨੇ ਪੈਂਦੇ। ਅਪਰੂਵਲ ਜਿਹੜੀ ਗਾਂਹ ਹੁਣ ਹੋਣੀ ਹੈ ਹੈਲਥ ਕੈਨੇਡਾ ਵੱਲੋਂ, ਉਹ ਸਾਰਿਆਂ ਵੱਲੋਂ ਉਹ ਮਿਲ ਜਾਣੀ ਬਹੁਤ ਛੇਤੀ। ਪਰ ਮੇਨ ਤਾਂ ਇਹ ਸੀ ਵੀ ਕਿਉਂਕਿ ਹਿਸਟੋਰਿਕ ਹਾਈਜ਼ ਡੈਥਸ ਦੇ ਹੋ ਰਹੇ ਨੇ, ਰਾਈਟ ਨਾਓ ਹੋ ਰਹੇ ਨੇ। ਸੋ ਇਹ ਬਹੁਤ ਛੇਤੀ ਸਾਨੂੰ ਰਿਲੀਜ਼ ਕਰਨੀ ਪਈ ਸੀ ਤਾਂ ਕਿ ਹਰੇਕ ਇਨਸਾਨ ਕੋਲ ਇਹ ਡਿਵਾਈਸ ਟੂਲ ਹੋਵੇ ਪ੍ਰੀਵੈਂਟ ਕਰਨ ਨੂੰ ਓਵਰਡੋਜ਼। ਕਿੰਨਾ ਟਾਈਮ ਹੋ ਗਿਆ ਇਹਨੂੰ ਰਿਲੀਜ਼ ਕੀਤੀ ਨੂੰ? ਹੁਣ 1.5 ਮਹੀਨਾ ਹੋ ਗਿਆ। ਫਸਟ ਜਿਹੜਾ ਕੁਛ ਹਫ਼ਤੇ ਸੀ ਅਸੀਂ ਟੈਸਟਿੰਗ ਕਰ ਰਹੇ ਸੀਗੇ, ਬੇਟਾ ਟੈਸਟ ਜਿਹਨੂੰ ਕਹਿੰਦੇ ਹੁੰਦੇ ਆ। ਥੋੜ੍ਹੇ ਸੈਂਪਲ ਗਰੁੱਪਸ ਅਸੀਂ ਟੈਸਟ ਕੀਤਾ, ਲੋਕਾਂ ਤੋਂ ਐਡਵਾਈਸ ਵੀ ਲਈ, ਕੁਛ ਐਡਜਸਟਮੈਂਟਸ ਵੀ ਅਸੀਂ ਕੀਤੀਆਂ ਤਾਂ ਕਿ ਲੋਕਾਂ ਦੇ ਜਿਹੜੇ ਥੋੜ੍ਹੇ ਖਿਆਲ ਸੀ ਵੀ ਹਾਂ ਆਹ ਵੀ ਜੇ ਤੁਸੀਂ ਪਾ ਦਿਓ ਇਹ ਵੀ ਬਹੁਤ ਵਧੀਆ ਲੱਗੂ। ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ ਵੀ ਜਿਹੜਾ ਇੱਕ ਨੋ ਫੀਚਰ ਆਉਂਦਾ ਹੁੰਦਾ ਜਦੋਂ ਫਸਟ ਸਵਾਲ ਹੁੰਦਾ ਵੀ ਤੁਸੀਂ ਇੱਕ ਓਵਰਡੋਜ਼ ਐਕਸਪੀਰੀਅੰਸ ਕਰਦੇ ਹੋ, ਹੁਣ ਅਸੀਂ ਐਪ ਦੇ ਵਿੱਚ ਇਹ ਵੀ ਸਿਲੈਕਸ਼ਨ ਦਿੱਤੀ ਹੋਈ ਵੀ ਨੋ, ਤਾਂ ਕਿ ਕਿਉਂਕਿ ਲੋਕਾਂ ਨੇ ਕਿਹਾ ਸੀ ਵੀ ਜਸਟ ਇਨ ਕੇਸ ਅਸੀਂ ਤਿਆਰ ਹੋਈਏ। ਹੁਣ ਤਾਂ ਉਹ ਸਿਚੁਏਸ਼ਨ ਹੈ ਵੀ ਕਿਸੇ ਟਾਈਮ 'ਤੇ ਸਾਰਿਆਂ ਨੇ ਓਵਰਡੋਜ਼ ਵਿਟਨੈਸ ਕਰਨਾ ਹੀ ਕਰਨਾ, ਓਪਰਾ ਹੋਵੇ, ਪਰਿਵਾਰ 'ਚ ਹੋਵੇ, ਡਜ਼ਨਟ ਮੈਟਰ, ਐਕਸਪੀਰੀਅੰਸ ਕਰੋਗੇ। ਸੋ ਬੈਸਟ ਹੋਵੇ ਤੁਸੀਂ ਪ੍ਰੀਪੇਅਰਡ ਹੋ। ਸੋ ਐਪ ਦੇ ਵਿੱਚ ਤੁਸੀਂ ਜੇ ਨੋ ਦੱਬੋਗੇ ਉੱਥੇ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਇੰਸਟਰਕਸ਼ਨਸ ਮਿਲਦੇ ਨੇ ਵੀ ਹਾਂ ਜਸਟ ਇਨ ਕੇਸ ਤੁਸੀਂ ਗਾਂਹ ਫਿਊਚਰ 'ਚ ਕਦੇ ਐਕਸਪੀਰੀਅੰਸ ਕਰੋਗੇ ਜਾਂ ਵਿਟਨੈਸ ਕਰੋਗੇ ਓਵਰਡੋਜ਼ ਨੂੰ, ਆਹ ਸਟੈਪਸ ਤੁਹਾਨੂੰ ਲੈਣੇ ਚਾਹੀਦੇ ਨੇ। ਮਤਲਬ ਕਿ ਇਹ ਐਪ ਤੁਹਾਡੀ ਬੰਦੇ ਨੂੰ ਇਸ ਲਈ ਤਿਆਰ ਕਰਦੀ ਕਿ ਤੁਸੀਂ ਕਿਤੇ ਜਾ ਰਹੇ ਹੋ, ਤੁਹਾਨੂੰ ਕਿਤੇ ਕੋਈ ਇਹੋ ਜਿਹਾ ਸ਼ਖਸ ਮਿਲਦਾ ਵਾ ਜਿਹੜਾ ਓਵਰਡੋਜ਼ ਨਾਲ ਜੂਝ ਰਿਹਾ ਵਾ, ਜਿਹਨੇ ਨਸ਼ਾ ਕੀਤਾ ਔਰ ਜ਼ਿੰਦਗੀ ਮੌਤ ਨਾਲ ਲੜ ਰਿਹਾ, ਤੁਸੀਂ ਉਹਦੀ ਜੇ ਤੁਹਾਡੇ ਫੋਨ 'ਚ ਉਹ ਐਪ ਆ ਤਾਂ ਤੁਸੀਂ ਉਹਦੀ ਹੈਲਪ ਕਰ ਸਕਦੇ ਹੋ। ਹਾਂਜੀ, ਪੁਆਇੰਟ ਇਹ ਹੈ ਜੀ, ਹਾਲੇ ਤੱਕ ਜਿੰਨੇ ਵੀ ਸੋਲੂਸ਼ਨਸ ਨੇ ਜਾਂ ਜੇ ਕੋਈ ਟੈਕਨੋਲੋਜੀ ਹੈ ਜਾਂ ਕੁਛ ਵੀ, ਉਹ ਲਾਂਚ ਕੀਤੇ ਗਏ ਸੀਗੇ ਕਿੰਨੇ ਸਾਲਾਂ ਤੋਂ ਪਹਿਲਾਂ ਵੀ। ਹੁਣ ਵੀ ਉਹ ਜਿਹੜੇ ਯੂਜ਼ਰਸ ਨੇ ਜਾਂ ਜਿਹੜੇ ਨਸ਼ਾ ਆਪ ਕਰਦੇ ਉਹਨਾਂ ਲਈ ਠੀਕ, ਉਹਨਾਂ ਲਈ ਵੀ ਹੋਣਾ ਚਾਹੀਦਾ। ਪਰ ਆਪਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਹਿਸਟੋਰਿਕ ਹਾਈਜ਼ ਹਿੱਟ ਕਰੀ ਜਾਂਦੇ, ਰੈਕਡਸ ਬ੍ਰੇਕ ਕਰੀ ਜਾਂਦੇ, ਨੈਗੇਟਿਵ ਰੈਕਡਸ ਬ੍ਰੇਕ ਕਰੀ ਜਾਂਦੇ ਆਪਾਂ। ਸੋ ਹੁਣ ਇਹ ਜਿਹੜਾ ਐਪ ਹੈ ਇਹਦਾ ਪਰਪਸ ਹੈਗਾ ਵੀ ਸਾਰੀ ਕਮਿਊਨਿਟੀ ਨੂੰ ਇੰਗੇਜ ਕਰਨ, ਤਾਂ ਕਿ ਕੋਈ ਨਾ ਰਵੇ ਜਿਹੜਾ ਕਹਿ ਸਕੇ ਵੀ ਮੈਨੂੰ ਪਤਾ ਨਹੀਂ ਹੁੰਦਾ ਵੀ ਓਵਰਡੋਜ਼ ਹੁੰਦੀ ਕੀ ਹੈ ਅਤੇ ਕਿਵੇਂ ਪਛਾਣੀ ਦੀ ਹੈ।
ਸੋ ਜਿੰਨੀ ਵੀ ਕਮਿਊਨਿਟੀ ਸਾਰੀ ਸ਼ਾਮਲ ਹੋਊਗੀ ਇਸ ਫਾਈਟ ਦੇ ਵਿੱਚ, ਇਹ ਫਾਈਟ ਹੀ ਹੈ ਇੱਕ ਕਿਸਮ ਦਾ, ਕਿਉਂਕਿ ਜਿੰਨੇ ਆਪਣੇ ਹੁਣ ਇਨਸਾਨ ਮਰ ਰਹੇ ਨੇ, ਕੋਵਿਡ ਤੋਂ ਵੀ ਜ਼ਿਆਦਾ ਆਪਣੀ ਡੈਥਸ ਹੋ ਰਹੀਆਂ ਨੇ, ਤੇ ਇਹ ਕੋਵਿਡ ਵੀ ਬੜਾ ਜ਼ਰੂਰੀ, ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਪਰ ਨਾਲ ਦੀ ਨਾਲ ਇਹਦਾ ਵੀ ਧਿਆਨ ਰੱਖਣਾ ਚਾਹੀਦਾ। ਸੋ ਪੂਰੀ ਕਮਿਊਨਿਟੀ ਦੀ ਇੰਪਾਵਰਮੈਂਟ ਹੈ। ਸੋ ਫਸਟ ਟਾਈਮ ਇਹ ਜਿਹੜੀ ਐਪ ਹੈ, ਇਹ ਜਿਹੜੀ ਬਾਕੀ ਦੀ ਕਮਿਊਨਿਟੀ ਉਹਨੂੰ ਮੋਬਿਲਾਈਜ਼ ਕਰਨ ਦੀ ਖਾਤਰ ਹੈ। ਅੱਛਾ, ਇਹ ਤਾਂ ਹੈ ਕਿ ਚਲੋ ਕਰੋਨਾ ਵਾਇਰਸ ਤੋਂ ਜ਼ਿਆਦਾ ਡੈਥਸ ਹੋ ਰਹੀਆਂ, ਔਰ ਇਸ ਵਕਤ ਵੀ ਜਿਹੜੇ ਅੰਕੜੇ ਬੋਲਦੇ ਆ ਕਿ BC ਵਿੱਚ ਇਤਿਹਾਸ ਨਾਲੋਂ ਸਭ ਤੋਂ ਵੱਧ ਐਕਟੀ ਓਵਰਡੋਜ਼ ਨਾਲ ਡੈਥ ਹੋਈਆਂ। ਪਰ ਮੈਂ ਇੱਥੇ ਗੱਲ ਕਰਦਾ ਕਿ ਆਪਾਂ ਜੇ ਸਰੀ ਦੀ ਗੱਲ ਕਰੀਏ ਤਾਂ ਸਰੀ 'ਚ ਆਪਣੀ ਕਮਿਊਨਿਟੀ ਜਾਂ ਕਹਿ ਲਓ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ, ਹਾਲਾਂਕਿ ਆਪਾਂ ਇਸ ਮਾਮਲੇ ਵਿੱਚ ਕਿਸੇ ਨੂੰ ਟਾਰਗੇਟ ਨਹੀਂ ਕਰ ਸਕਦੇ, ਸੋ ਸਾਊਥ ਏਸ਼ੀਅਨ ਕਮਿਊਨਿਟੀਜ਼ ਕਹਿ ਦਿੰਦੇ ਆ। ਤੁਹਾਡਾ ਐਕਸਪੀਰੀਅੰਸ ਕੀ ਹੈ ਕਿ ਕਿਹੜੇ ਵਰਗ ਦੇ ਔਰਤਾਂ ਜਾਂ ਮਰਦ ਜਾਂ ਕਿਹੜੀ ਏਜ ਦੇ ਉਮਰ ਓਵਰਡੋਜ਼ ਦੇ ਵੱਧ ਸ਼ਿਕਾਰ ਹੋ ਰਹੇ? ਹਾਂਜੀ, ਜਦੋਂ ਅਸੀਂ 2 ਸਾਲ ਪਹਿਲਾਂ ਡਾਟਾ ਦੇਖਣ ਲੱਗ ਗਏ ਸੀਗੇ, ਜਿਹੜੇ ਡਾਟਾ ਸੈਂਪਲ ਸੀਗੇ 2017 ਦੇ, ਜਦੋਂ ਪੀਕ ਪੀਰੀਅਡ ਸੀ ਨਾਰਥ ਅਮਰੀਕਾ ਵਾਈਡ ਓਵਰਡੋਜ਼, ਖਾਸ ਜਿਹੜੀ ਇੱਕ ਫੈਂਟਨਲ ਡਰੱਗ ਹੈ, ਫੈਂਟਨਲ ਜਿਹਨੂੰ ਕਹਿੰਦੇ ਨੇ, ਉਸ ਟਾਈਮ ਜਿਹੜੇ ਡਾਟਾ ਆ ਰਿਹਾ ਸੀ, ਉਦੋਂ ਅਸੀਂ ਪਛਾਣਨ ਲੱਗ ਗਏ ਵੀ ਹਾਂ ਇਹ ਬਹੁਤ ਜ਼ਿਆਦਾ ਸਾਊਥ ਏਸ਼ੀਅਨ, ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸਾਊਥ ਏਸ਼ੀਅਨ ਰਿਪਰੈਜ਼ੈਂਟਡ ਨੇ, ਜਿਹ ਤੋਂ ਮੈਨੂੰ ਪਤਾ ਲੱਗਿਆ ਹਾਂ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀਗੀ। ਉਹਨਾਂ 'ਚੋਂ ਵੀ ਮੇਲਸ ਓਵਰ ਰਿਪਰੈਜ਼ੈਂਟਸ, ਤਕਰੀਬਨ 85% ਮੇਲਸ ਹੀ ਸੀਗੇ ਉਹਦੇ 'ਚ। ਸੋ ਉਹ ਜਿਹੜੇ ਸੈਂਪਲ ਸੀ, ਉੱਥੋਂ ਪਤਾ ਲੱਗ ਗਿਆ ਵੀ ਜਿਹੜੀ ਆਪਣੀ ਕਮਿਊਨਿਟੀ ਸਾਊਥ ਏਸ਼ੀਅਨ ਜਾਂ ਹੋਰ ਜਿਹਨੂੰ ਬਾਈਪੌਕ ਕਮਿਊਨਿਟੀਜ਼ ਕਹਿੰਦੇ, ਅਰਬਨ ਇੰਡੀਜਨਸ, ਜਿਹੜੇ ਸੂਡਾਨ ਜਾਂ ਸੀਰੀਆ ਜਾਂ ਜਿੰਨੇ ਵੀ ਨਵੇਂ ਇਮੀਗ੍ਰੈਂਟਸ ਨੇ, ਇਹਨਾਂ 'ਤੇ ਅਸਰ ਹੋ ਰਿਹਾ ਇਸ ਚੀਜ਼ ਦਾ। ਅਤੇ ਇੱਥੋਂ ਥੋੜ੍ਹੇ ਪਤਾ ਲੱਗਣ ਲੱਗ ਗਿਆ ਵੀ ਜਿਹੜੇ ਸਰਵਿਸਿਜ਼ ਨੇ, ਉਹ ਜਿਹੜੀ ਕਮਿਊਨਿਟੀ ਸਭ ਤੋਂ ਜ਼ਿਆਦਾ ਇੰਪੈਕਟਡ ਨੇ, ਸਭ ਤੋਂ ਘੱਟ ਸਰਵਿਸਿਜ਼ ਉਹਨਾਂ ਨੂੰ ਮਿਲਦੇ ਨੇ। ਉੱਥੋਂ ਇਹ ਪ੍ਰੋਸੈਸ ਜਿਹੜੀ ਐਪ ਦੀ ਜਿਹੜੀ ਲਾਂਚ ਹੋਈ ਹੈ ਹੁਣ, ਉੱਥੋਂ ਇਹ ਸ਼ੁਰੂ ਹੋਇਆ ਸੀ, ਤਾਂ ਕਿ ਜਿਹੜੇ ਉਹ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਉਨੀ ਸੇਵਾ ਮਿਲੇ ਨਾ ਉਸ ਤੋਂ ਜ਼ਿਆਦਾ, ਕਿਉਂਕਿ ਸਭ ਤੋਂ ਜ਼ਿਆਦਾ ਅਸਰ ਆਪਣੀ ਕਮਿਊਨਿਟੀਜ਼ 'ਤੇ ਹੋ ਰਿਹਾ। ਅੱਛਾ, ਇੱਕ ਮੈਂ ਇਹ ਪੁੱਛਣਾ ਸੀਗਾ, ਹਾਲਾਂਕਿ ਪਹਿਲੇ ਸਵਾਲਾਂ ਤਾਂ ਮਿਲਦਾ ਸੀ, ਤੁਸੀਂ ਕਿਹਾ ਕਿ 1.5 ਮਹੀਨਾ ਹੋ ਗਿਆ ਇਹਨੂੰ ਰਿਲੀਜ਼ ਹੋਏ ਨੂੰ, ਅਤੇ ਫੀਡਬੈਕ ਕੀ ਹੈ ਇਸ ਐਪ ਦੀ? ਮਤਲਬ ਕਿ ਕੋਈ ਕੇਸ ਸਾਹਮਣੇ ਆਏ, ਕੁਛ ਜਾਨਾਂ ਬਚਣ ਦੇ ਮਾਮਲੇ ਆਏ? ਹਾਂਜੀ, ਫੀਡਬੈਕ ਜਦੋਂ ਅਸੀਂ ਕਮਿਊਨਿਟੀ 'ਚ ਜਾਂਦੇ ਹਾਂ, ਲੋਕਾਂ ਨਾਲ ਗੱਲ ਕਰ ਰਹੇ ਹਾਂ, ਜਾਂ ਵੈਸੇ ਹੀ ਤੁਹਾਨੂੰ ਫੀਡਬੈਕ ਮਿਲਦੀ ਹੈ, ਕਿਉਂਕਿ ਈਮੇਲ ਫਾਰਮਸ ਵੀ ਹੁੰਦੀਆਂ ਨੇ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰਦੇ ਹੋ, ਬਹੁਤ ਪੋਜ਼ੀਟਿਵ ਹੈ। ਕਿਉਂਕਿ ਦੇਖੋ, ਵਧੀਆ ਵੀ ਗੱਲ ਹੈ, ਦੂਸਰੀ ਗੱਲ ਥੋੜ੍ਹਾ ਦੁੱਖ ਵੀ ਆਉਂਦਾ, ਕਿਉਂਕਿ ਲੋਕ ਜਿਹੜਾ ਪੋਜ਼ੀਟਿਵ ਰਿਸਪੌਂਸ ਦਿੰਦੇ ਨੇ, ਆਮ ਇਹ ਨਾਲ ਕਹਿ ਦਿੰਦੇ ਨੇ ਵੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ, ਸਾਡੇ ਘਰ 'ਚ ਸਿਆਣੇ ਨੇ, ਅਤੇ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਕੋਲ ਵੀ ਇਹ ਜਾਣਕਾਰੀ ਹੋਵੇ, ਜ਼ਰੂਰ ਹੋਵੇ। ਅਤੇ ਕਿਉਂਕਿ ਸਾਡੇ ਪਰਿਵਾਰ 'ਚ ਵੀ ਕਿਸੇ ਦੀ ਡੈਥ ਹੋਈ ਹੈ, ਫਲਾਣੇ ਸਾਡੇ ਗੁਆਂਢੀ ਦੀ ਡੈਥ ਹੋਈ ਹੈ। ਸੋ ਇਹ ਜਿਹੜੀ ਫੀਡਬੈਕ ਹੁੰਦੀ ਹੈ, ਇੱਕ ਪਾਸੇ ਤਾਂ ਪੋਜ਼ੀਟਿਵ ਵੀ, ਹੁਣ ਇਹ ਐਪ ਉਸ ਚੀਜ਼ ਨੂੰ ਐਡਰੈਸ ਕਰ ਰਹੀ ਹੈ, ਪਰ ਦੂਸਰੀ ਗੱਲ ਨੈਗੇਟਿਵ ਵੀ ਫੀਲ ਹੁੰਦਾ ਵੀ ਇੰਨੀ ਜ਼ਿਆਦਾ ਫੈਲੀ ਹੋਈ ਹੈ ਇਹ ਚੀਜ਼ ਆਪਣੀ ਕਮਿਊਨਿਟੀ 'ਚ। ਦੂਜਾ ਇਹ ਹੈ ਵੀ ਜਦੋਂ ਅਸੀਂ ਕਮਿਊਨਿਟੀ 'ਚ ਜਾਂਦੇ ਹਾਂ, ਲੋਕਾਂ ਨਾਲ ਗੱਲ ਕਰਦੇ ਹਾਂ, ਆਊਟਰੀਚ ਜਿਹਨੂੰ ਕਹਿੰਦੇ ਨੇ, ਉਹਨਾਂ ਨੂੰ ਨਾਲ ਦੀ ਨਾਲ ਹਾਰਮ ਰਿਡਕਸ਼ਨ ਬਾਰੇ ਵੀ ਦੱਸਦੇ ਵੀ ਜੇ ਤੁਸੀਂ ਨਸ਼ਾ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਜਾਣਦੇ ਹੋ ਨਸ਼ਾ ਕਰਦੇ ਨੇ, ਹੋਰ ਵੀ ਤੁਹਾਨੂੰ ਸਟੈਪਸ ਲੈਣੇ ਚਾਹੀਦੇ ਨੇ ਫਰਸਟ ਏਡ ਦੇ। ਉਹ ਨਾਲ ਦੀ ਨਾਲ ਅਸੀਂ ਐਪ ਦੀ ਵੀ ਡਿਸਕਸ਼ਨ ਕਰਦੇ ਹੁੰਦੇ ਉਹਨਾਂ ਨਾਲ, ਸੋ ਉਹਨਾਂ ਤੋਂ ਵੀ ਪੋਜ਼ੀਟਿਵ ਫੀਡਬੈਕ ਮਿਲਦੀ ਹੁੰਦੀ ਸਾਨੂੰ। ਵੈਸੇ ਵੀ ਮੇਰੇ ਖਿਆਲ ਨਾਲ ਜੇ ਤੁਸੀਂ ਜਿਹੜੇ ਫੀਚਰ ਦਿੱਤੇ ਆ, ਜੇ ਕੋਈ ਬੰਦਾ ਨਹੀਂ ਵੀ ਖੁਦ ਹੈਲਪ ਕਰ ਸਕਦਾ ਜਾਂ ਨਹੀਂ ਕਰਨਾ ਚਾਹੁੰਦਾ, ਘੱਟੋ ਘੱਟ ਉਹ ਪੁਲਿਸ ਨੂੰ ਕਾਲ ਕਰਕੇ ਜਾਂ ਕਿਸੇ ਨੂੰ ਇਨਫੋਰਮ ਕਰ ਸਕਦਾ ਵੀ ਇੱਥੇ ਕੋਈ ਬੰਦੇ ਦੀ ਜਾਨ ਜਾ ਰਹੀ ਹੈ, ਉਹਨੂੰ ਬਚਾਇਆ ਜਾ ਸਕਦਾ। ਹਾਂਜੀ, ਫਰਸਟ ਪ੍ਰੋਟੋਕਾਲ ਤੁਹਾਡੀ ਹੋਣੀ ਤਾਂ ਚਾਹੀਦੀ, 911 ਨੂੰ ਰਾਈਟ ਅਵੇ ਫੋਨ ਕਰੋ, ਤਾਂ ਹੀ ਤਾਂ ਅਸੀਂ ਉਹ ਫੀਚਰ ਲਾਏ ਹੋਏ, ਉਹਦੇ 'ਚ ਇਨਬਿਲਟ ਹੀ ਹੈ ਵੀ ਤੁਸੀਂ ਐਪ ਨੂੰ ਖੋਲੋ ਅਤੇ ਉਹਨੇ ਰਾਈਟ ਅਵੇ ਤੁਹਾਨੂੰ ਇਹੀ ਪੁੱਛਣਾ ਵੀ ਆਰ ਯੂ ਐਕਸਪੀਰੀਐਂਸਿੰਗ ਓਵਰਡੋਜ਼, ਵੀ ਓਵਰਡੋਜ਼ ਸਿਚੁਏਸ਼ਨ। ਜਦੋਂ ਤੁਸੀਂ ਬਟਨ ਦਬਾਓਗੇ, ਉਹਨੇ ਰਾਈਟ ਅਵੇ 911 ਨੂੰ ਫੋਨ ਕਰ ਲੈਣਾ। ਕਿਉਂਕਿ 911 ਪ੍ਰੋਟੋਕਾਲਸ ਜਿਹੜੀਆਂ ਹੁੰਦੀਆਂ ਨੇ, ਉਹ ਤੁਹਾਨੂੰ ਗਾਈਡੈਂਸ ਦੇਣਗੇ ਵੀ ਹਾਂ ਐਂਬੂਲੈਂਸ, ਫਾਇਰ ਜਾਂ ਪੁਲਿਸ ਚਾਹੀਦੀ ਤੁਹਾਨੂੰ, ਅਤੇ ਉਹ ਭੇਜ ਦੇਣਗੇ ਜਿਹਨੂੰ ਵੀ ਚਾਹੀਦਾ। ਫਰਸਟ ਰਿਸਪੌਂਡਰ, ਮੈਂ ਕੁਛ ਸਾਲ ਪਹਿਲਾਂ ਫਰਸਟ ਰਿਸਪੌਂਡਰ ਵੀ ਹੁੰਦਾ ਸੀ, ਸੋ ਮੈਨੂੰ ਪਤਾ ਲੱਗਦਾ ਵੀ ਜਿਹੜਾ ਐਮਰਜੈਂਸੀ ਸਰਵਿਸ ਜਦੋਂ ਤਾਈਂ ਤੁਹਾਡਾ ਫੋਨ ਜਾਂਦਾ ਅਤੇ ਜਦੋਂ ਤਾਈਂ ਹੈਲਪ ਆਉਂਦੀ ਕਿੰਨਾ ਟਾਈਮ ਲੱਗਦਾ ਹੁੰਦਾ। ਸੋ ਐਪ ਦਾ ਫੰਕਸ਼ਨ ਹੈ ਵੀ ਜਿਹੜਾ ਉਹ ਲੈਗ ਟਾਈਮ ਹੁੰਦਾ ਵਿਚਾਲੇ, ਜਿਹੜੇ ਕੁਛ ਮਿੰਟ ਹੁੰਦੇ ਨੇ, ਹੋਪਫੁਲੀ ਘੱਟ ਹੋਣ ਪਰ ਕੁਛ ਮਿੰਟ ਹੋ ਜਾਂਦੇ ਨੇ, ਉਸ ਟਾਈਮ 'ਚ ਤੁਸੀਂ ਕੁਛ ਨਾ ਕੁਛ ਕਰ ਸਕੋ। ਉਹ ਬਹੁਤ ਵੈਲਿਊਬਲ ਸੈਕਿੰਡਸ ਹੁੰਦੇ ਨੇ ਜਦੋਂ ਅਗਲਾ ਓਵਰਡੋਜ਼ ਸਿਚੁਏਸ਼ਨ 'ਚ ਹੁੰਦਾ, ਕਿਉਂਕਿ ਮੌਤ ਹੁੰਦੀ ਹੈ ਅਗਲੇ ਦੀ, ਉਹ ਤਾਂ ਸਭ ਤੋਂ ਐਕਸਟਰੀਮ ਹੈ, ਪਰ ਹੋਰ ਵੀ ਪ੍ਰੋਬਲਮਸ ਹੋ ਸਕਦੇ, ਔਰਗਨ ਫੇਲੀਅਰਸ ਹੋ ਸਕਦੇ ਨੇ, ਜਿਹੜੇ ਹੁਣ ਪਤਾ ਲੱਗਣ ਲੱਗ ਗਿਆ ਲੋਕਾਂ ਨੂੰ ਵੀ ਬ੍ਰੇਨ ਦੀ ਵੀ ਡੈਮੇਜ ਹੋ ਸਕਦੀ ਹੈ। ਸੋ ਜਿੰਨਾ ਤੁਸੀਂ ਉਸ ਚੀਜ਼ ਨੂੰ ਨਿਗੇਟ ਕਰ ਸਕਦੇ ਹੋ ਥਰੂ ਐਮਰਜੈਂਸੀ ਪ੍ਰੋਟੋਕਾਲਸ ਜਾਂ ਐਡਮਿਨਿਸਟ੍ਰੇਸ਼ਨ ਆਫ ਨਲੋਕਸੋਨ, ਉਨਾ ਹੀ ਵਧੀਆ ਰਹਿਣਗੇ ਉਹ। ਅੱਛਾ, ਇੱਕ ਗੱਲ ਹੋਰ ਸੀਗੀ ਵੀ ਜਿਵੇਂ ਤਾਂ ਚਲੋ ਠੀਕ ਆ ਓਵਰਡੋਜ਼ ਵਾਲੇ, ਪਰ ਇਹ ਜਿਹੜੀ ਐਪ ਆ, ਇਹ ਤੁਸੀਂ ਕੀ ਇਹੋ ਜਿਹਾ ਕਰ ਰਹੇ ਹੋ ਕਿ ਕਿਉਂਕਿ ਸਮਝ ਇਹ ਆਉਂਦੀ ਆ ਕਿ ਜਿਹੜਾ ਉਹ ਬੰਦਾ ਓਵਰਡੋਜ਼, ਉਹ ਤਾਂ ਉਸ ਵੇਲੇ ਕੁਛ ਨਹੀਂ ਕਰ ਸਕਦਾ, ਕਿ ਕੋਈ ਹੋਰ ਬੰਦੇ ਕੋਲ ਐਪ ਹੋਣੀ ਚਾਹੀਦੀ ਆ। ਸੋ
ਤੁਹਾਡਾ ਜਿਹੜਾ ਮੈਸੇਜ ਆ ਉਹ ਲੋਕਾਂ ਤੱਕ ਜਾਵੇ, ਹਰ ਬੰਦੇ ਦੇ ਫੋਨ 'ਚ ਇਹ ਐਪ ਹੋਵੇ, ਤਾਂ ਇਹਦੇ ਲਈ ਤੁਸੀਂ ਕੀ ਕਰ ਰਹੇ ਆ? ਫਰਸਟ ਸਟੈਪ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਜਿਹੜਾ ਆਪਾਂ ਵੀ ਹੁਣ ਗੱਲ ਕਰਦੇ ਹਾਂ, ਲੋਕਾਂ ਨੂੰ ਅਵੇਅਰਨੈਸ ਦਿੰਦੇ ਹਾਂ। ਦੂਜਾ ਜਿਹੜੀ ਸੀ ਐਵਰੀ ਵੀਕਐਂਡ ਵੀ ਕੁਛ ਵੀਕਡੇਜ਼ 'ਚ ਵੀ ਅਸੀਂ ਹਰੇਕ ਪਾਰਕ 'ਚ ਹੁੰਦੇ ਹਾਂ ਤਕਰੀਬਨ। ਹੁਣ ਜਿਵੇਂ ਆਪਣੇ ਸਾਊਥ ਆਫ ਦਾ ਫਰੇਜ਼ਰ ਸਰੀ ਤੁਸੀਂ ਕਿਹਾ, ਇੱਥੇ ਟੀ ਸਕਾਟ ਜਾਂ ਬੇਅਰ ਕ੍ਰੀਕ ਪਾਰਕ, ਨਿਊਟਨ ਐਥਲੈਟਿਕ ਪਾਰਕ, ਇਹ ਸਾਰੇ ਥਾਵਾਂ 'ਤੇ ਸਾਡੇ ਵੋਲੰਟੀਅਰਸ ਹੁੰਦੇ ਨੇ। ਅਤੇ ਉਹ ਕੀ ਕਰਦੇ ਨੇ, ਮੈਂ ਵੀ ਨਾਲ ਹੀ ਸ਼ਾਮਲ ਹੁੰਦਾ ਵੀ ਲੋਕਾਂ ਨੂੰ ਇਨਫੋਰਮੇਸ਼ਨ ਦਿੰਦੇ ਹਾਂ ਅਤੇ ਖਾਸ ਉਹਨਾਂ ਨੂੰ ਇਹੀ ਦੱਸਦੇ ਹੁੰਦੇ ਵੀ ਇਹ ਤੁਹਾਡੇ ਫੋਨ 'ਚ ਹੋਣਾ ਹੀ ਹੋਣਾ ਚਾਹੀਦਾ, ਹੋਰ ਕੁਛ ਹੋਵੇ ਨਾ, ਆਹ ਤਾਂ ਹੋਣੀ ਚਾਹੀਦਾ। ਕਿਉਂਕਿ ਦੋਨੇ ਜਿਹੜੇ ਪਲੈਟਫਾਰਮਸ ਨੇ, ਗੂਗਲ ਪਲੇ, ਐਪਲ ਸਟੋਰ, ਇਹ ਟੋਟਲੀ ਫ੍ਰੀ ਐਪ ਹੈ, ਕੋਈ ਕਾਸਟ ਨਹੀਂ ਇਹਦੇ 'ਚ। ਤੁਸੀਂ ਆਪੇ ਡਾਊਨਲੋਡ ਕਰੋ, ਤੁਹਾਡੇ ਫੋਨ 'ਚ ਹੋਣੀ ਚਾਹੀਦੀ ਹੈ। ਇੱਕ ਵਾਰੀ ਤੁਸੀਂ ਪ੍ਰੈਕਟਿਸ ਕਰੋ ਇਹਦੇ ਨਾਲ, ਪਰਿਵਾਰ ਨੂੰ ਬਿਠਾਓ, ਬੱਚਿਆਂ ਨੂੰ ਬਿਠਾਓ, ਵੀ ਦਿਖਾਓ ਜੀ ਆਹ ਮੈਨੂੰ ਹੁਣ ਐਪ ਮਿਲਿਆ ਹੋਇਆ। ਅਤੇ ਨਾਲ ਦੀ ਨਾਲ ਤੁਸੀਂ ਇਹ, ਕਿਉਂਕਿ ਜਿਹੜੀ ਡਿਸਕਸ਼ਨ ਹੈ ਇਸ ਐਪ ਕਰਕੇ ਡਿਸਕਸ਼ਨਸ ਵੀ ਹੋਣ ਲੱਗ ਜਾਂਦੀਆਂ ਘਰ 'ਚ, ਉਹ ਵੀ ਬੜੀ ਜ਼ਰੂਰੀ, ਕਿਉਂਕਿ ਕਈ ਵਾਰੀ ਆਪਾਂ ਸੰਗਦੇ ਹੁੰਦੇ ਹਾਂ ਇਸ ਗੱਲ ਤੋਂ ਬੜੀ। ਮੇਰੇ ਖਿਆਲ ਨਾਲ ਆਪਣੀ ਕਮਿਊਨਿਟੀ ਵਿੱਚ ਤਾਂ ਬਹੁਤ ਜ਼ਿਆਦਾ ਆ ਕਿ ਜੇ ਬੰਦਾ ਕੋਈ ਘਰ 'ਚ ਨਸ਼ਾ ਕਰਦਾ ਜਾਂ ਬੱਚਾ ਗਲਤ ਰਾਹ ਪੈ ਗਿਆ ਤਾਂ ਉਹਨੂੰ ਅਸੀਂ ਪਰਦਾ ਪਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ, ਅਤੇ ਉਹ ਫਿਰ ਕੀ ਇਸ ਐਪ ਰਾਹੀਂ ਇੱਦਾਂ ਦੇ ਮਾਮਲੇ ਨਿਕਲ ਕੇ ਜਾਵੇ, ਅਵੇਅਰਨੈਸ ਫੈਲੂਗੀ? ਜ਼ਰੂਰ ਜੀ, ਹਾਂਜੀ। ਕਿਉਂਕਿ ਪਰਦਾ ਆਪਾਂ ਜਦੋਂ ਬਾਹਰ ਗੱਲ ਕਰਦੇ ਉਹ ਤਾਂ ਆਪਾਂ ਕਰਨੀ ਨਹੀਂ, ਘਰ 'ਚ ਵੀ ਆਪਾਂ ਸਗੋਂ ਘੱਟ ਹੀ ਗੱਲ ਕਰਦੇ ਇਸ ਚੀਜ਼ ਬਾਰੇ, ਵੀ ਐਕਨੋਲੇਜ ਨਹੀਂ ਕਰਦੇ। ਸੋ ਇਸ ਬਹਾਨੇ ਜੇ ਤੁਹਾਨੂੰ ਫੀਲ ਹੈ, ਭਾਵੇਂ ਤੁਹਾਨੂੰ ਨਹੀਂ ਲੱਗਦਾ, ਪਰ ਕਿਉਂਕਿ ਆਪਾਂ ਆਈਡੈਂਟੀਫਾਈ ਕਰਨ ਨੂੰ ਔਖਾ ਹੁੰਦਾ ਵੀ ਹਾਂ ਅਗਲਾ ਯੂਜ਼ ਕਰ ਰਿਹਾ ਨਹੀਂ ਕਰ ਰਿਹਾ। ਹੁਣ ਜਿਹੜੇ ਆਮ ਭੁਲੇਖਾ ਪੈਂਦਾ, ਜਿਹੜੀ ਓਵਰਡੋਸ ਹੁੰਦੀ ਸਿਚੁਏਸ਼ਨ, ਜੋ ਇਨਸਾਨ ਪਿਆ ਹੁੰਦਾ, ਤੁਹਾਨੂੰ ਕਈ ਵਾਰੀ ਲੱਗਦਾ ਵੀ ਬਸ ਗੂੜੀ ਨੀਂਦ ਆਈ ਹੋਈ ਹੈ, ਡੂੰਘੇ ਸਾਲ ਹੈ, ਥੱਕਿਆ ਹੋਇਆ ਹੈ ਨਾ, ਬੜੇ ਇਹਨੇ ਘੰਟੇ ਲਾਏ ਨੇ ਕੰਮ 'ਤੇ, ਥੱਕਿਆ ਹੋਊਗਾ ਹੈ ਨਾ। ਸੋ ਐਪ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਵੀ ਆਈਡੈਂਟੀਫਾਈ ਕਰ ਸਕਦੇ ਵੀ ਹਾਂ ਨਹੀਂ ਇਹ ਗੂੜੀ ਨੀਂਦ ਨਹੀਂ, ਐਕਚੁਅਲੀ ਇਹਨੂੰ ਓਵਰਡੋਸ ਹੋ ਰਿਹਾ। ਪਰ ਜਦੋਂ ਤੁਸੀਂ ਪਰਿਵਾਰ 'ਚ ਬੈਠ ਕੇ ਟੈਕਨੋਲੋਜੀ ਤੁਸੀਂ ਤੁਹਾਡੇ ਹੱਥ 'ਚ ਹੁੰਦੀ ਹੈ ਅਤੇ ਤੁਸੀਂ ਅਗਲੇ ਨੂੰ ਦਿਖਾਉਂਦੇ ਹੋ, ਬੱਚੇ ਨੂੰ ਦਿਖਾਉਂਦੇ ਹੋ ਵੀ ਆਹ ਮੇਰੇ ਕੋਲ ਹੈਗਾ, ਅਤੇ ਉਹ ਨਾਲ ਦੀ ਨਾਲ ਤੁਹਾਨੂੰ ਗਾਈਡ ਕਰਨਗੇ ਵੀ ਹਾਂ ਐਵੇਂ ਡਾਊਨਲੋਡ ਕਰੀਦਾ, ਚਲੋ ਡਾਊਨਲੋਡ ਕਰ ਲਏ, ਇਹਦੇ 'ਚ ਆਹ ਫੀਚਰਸ ਨੇ। ਅੱਛਾ ਨਸ਼ੇ ਬਾਰੇ ਦੱਸੋ, ਇਹ ਜਿਹੜੇ ਡਿਸਕਸ ਕਰ ਰਹੇ ਨੇ ਇਹਦੇ ਕਿਹੜੇ ਨਸ਼ੇ ਦੀ ਗੱਲ ਕਰ ਰਹੇ ਨੇ, ਵੀ ਕਿਉਂ ਆਪਣੀ ਪ੍ਰੋਬਲਮ ਹੈਗੀ ਕਮਿਊਨਿਟੀ। ਸੋ ਜਦੋਂ ਇਹ ਡਿਸਕਸ਼ਨ ਹੋ ਰਿਹਾ, ਇਹ ਹੌਲੀ ਹੌਲੀ ਬੈਰੀਅਰਸ ਟੁੱਟਣ ਲੱਗ ਜਾਂਦੇ ਨੇ, ਤਾਂ ਕਿ ਆਪਣੀ ਕਮਿਊਨਿਟੀ, ਤਾਂ ਹੀ ਤਾਂ ਇਹ ਸਾਰਿਆਂ ਲਈ ਆ, ਉਹ ਇਕੱਲੇ ਜੇ ਆਪਾਂ ਡਿਸਕਸ ਜਿਹੜੇ ਵਿਕਟਮਸ ਨੇ ਉਹਨਾਂ ਲਈ ਨਹੀਂ, ਪਰ ਕਮਿਊਨਿਟੀ ਲਈ ਆ। ਸੋ ਆਪਣੀ ਜਿਹੜੀ ਕਮਿਊਨਿਟੀ ਵਾਈਡ ਰਿਸਪਾਂਸ ਹੋਣਾ, ਇਹੀ ਚੀਜ਼ ਹੈ ਜਿਹੜੀ ਇਹ ਟੋਟਲੀ ਇਹਨੂੰ ਬੰਦ ਕਰੂਗੀ ਓਵਰਡੋਸ ਸਿਚੁਏਸ਼ਨ ਨੂੰ। ਅੱਛਾ, ਤੁਸੀਂ ਇਹ ਐਪ ਸਰੀ 'ਚੋਂ ਰਿਲੀਜ਼ ਕੀਤੀ ਹੈ ਇੱਥੋਂ, ਸੋ ਇਹ ਵਰਕ ਕਿੱਥੇ ਕਿੱਥੇ ਕਰ ਰਹੀ ਹੈ ਕੈਨੇਡਾ ਵਾਈਜ਼? ਐਕਚੁਅਲੀ ਦੁਨੀਆ ਵਾਈਡ ਹੈ ਇਹ। ਸੋ ਟੋਟਲੀ ਤੁਸੀਂ ਭਾਵੇਂ ਇੰਡੀਆ 'ਚ ਬੈਠੇ ਹੋ, ਇੱਥੇ ਸਪੇਨ 'ਚ ਬੈਠੇ ਹੋ, ਮੈਕਸੀਕੋ 'ਚ ਬੈਠੇ ਹੋ, ਅਮਰੀਕਾ 'ਚ ਵੀ, ਕੈਨੇਡਾ 'ਚ ਵੀ, ਸਾਰੇ ਥਾਵਾਂ ਕੰਮ ਕਰੂਗੀ ਇਹ। ਹੌਲੀ ਹੌਲੀ ਅਸੀਂ ਹੋਰ ਲੈਂਗੁਏਜਸ ਵੀ ਐਡ ਕਰਨੇ, ਇੰਡੀਜਨਸ ਲੈਂਗੁਏਜਸ, ਉਰਦੂ ਵੀ ਐਡ ਕਰਨੀ, ਹਿੰਦੀ ਵੀ, ਸਾਰੀਆਂ ਬਹੁਤ ਛੇਤੀ ਐਡ ਹੋਣ ਲੱਗ ਜਾਣੀਆਂ। ਅਤੇ ਕੰਮ ਤਾਂ ਇਹ ਸਾਰੇ ਥਾਵਾਂ 'ਤੇ ਕਰਨੀ, ਕਿਉਂਕਿ ਜਿਹੜਾ ਹੁਣ ਆਪਾਂ ਜਿਵੇਂ ਤੁਸੀਂ ਦੱਸਿਆ ਨਾ ਵੀ ਸਰੀ ਚੀਜ਼ ਲਾਂਚ ਹੋਈ ਹੈ, ਸਰੀ ਇੰਨੀ ਜ਼ਿਆਦਾ ਆਪਣੀ ਡਾਇਵਰਸਿਟੀ ਹੈ ਡੈਮੋਗ੍ਰਾਫਿਕ, ਆਪਾਂ ਨੂੰ ਕਈ ਵਾਰੀ ਲੱਗਦਾ ਵੀ ਸਾਊਥ ਏਸ਼ੀਅਨ ਜਾਂ ਪੰਜਾਬੀ ਬਹੁਤ ਜ਼ਿਆਦਾ ਨੇ, ਪਰ ਹੋਰ ਕਮਿਊਨਿਟੀਜ਼ ਵੀ ਬਹੁਤ ਨੇ ਇੱਥੇ, ਅਤੇ ਹਰੇਕ ਕਮਿਊਨਿਟੀ ਨੂੰ ਕੋਈ ਨਾ ਕੋਈ ਇਹੋ ਜਿਹੀ ਇੰਪਾਵਰਮੈਂਟ ਹੋਣੀ ਚਾਹੀਦੀ ਹੈ। ਸੋ ਜੇ ਆਪਣਾ ਫੋਕਸ ਹੈਗਾ ਵੀ ਜਿੱਥੇ ਜਿੱਥੇ ਕਮੀਆਂ ਸੀ ਪਹਿਲਾਂ ਹੈਲਥ ਸਰਵਿਸਿਜ਼ ਲਈ, ਜੇ ਉਹ ਚੀਜ਼ ਨੂੰ ਆਪਾਂ ਖ਼ਤਮ ਕਰਨਾ, ਇਹ ਸਟੈਪਸ ਆਪਾਂ ਨੂੰ ਬਹੁਤ ਜ਼ਰੂਰੀ ਲੈਣੇ ਚਾਹੀਦੇ ਤਾਂ ਕਿ ਇਹ ਐਪ ਸਾਰਿਆਂ ਲਈ ਹੋਵੇ। ਜੀ ਅੱਛਾ, ਹੁਣ ਇਸ ਵਕਤ ਕਿਹੜੀ ਲੈਂਗੁਏਜ 'ਚ ਇਹ ਅਵੇਲੇਬਲ ਹੈਗੀ ਹੈ? ਰਾਈਟ ਨਾਓ ਇੰਗਲਿਸ਼ ਅਤੇ ਪੰਜਾਬੀ, ਅਤੇ ਕਿਉਂਕਿ ਜਿਹੜੇ ਪੰਜਾਬੀ ਸਪੀਕਰ ਸੀਗੇ ਉਹ ਓਵਰ ਰੈਪਰੈਜ਼ੈਂਟਡ ਸੀਗੇ ਡਾਟਾ 'ਚ, ਸੋ ਉਹ ਡਾਟਾ ਦੇ ਹਿਸਾਬ ਨਾਲ ਦੀ ਨਾਲ ਅਸੀਂ ਹੋਰ ਲੈਂਗੁਏਜਸ ਵੀ ਐਡ ਕਰਾਂਗੇ। ਸੋ ਸਭ ਤੋਂ ਜ਼ਰੂਰੀ ਸਾਨੂੰ ਇਹ ਵੀ ਉਰਦੂ ਵੀ ਐਡ ਹੋ ਜਾਵੇ, ਹਿੰਦੀ ਵੀ ਐਡ ਹੋ ਜਾਵੇ, ਇੰਡੀਜਨਸ ਲੈਂਗੁਏਜਸ, ਫਰੈਂਚ ਆਪਣੀ ਦੂਜੀ ਨੈਸ਼ਨਲ ਲੈਂਗੁਏਜ, ਉਹ ਵੀ ਐਡ ਹੋ ਜਾਣੀ ਹੈ। ਸੋ ਹੌਲੀ ਹੌਲੀ ਸਾਰੀਆਂ ਐਡ ਹੋ ਜਾਣਗੀਆਂ। ਅੱਛਾ, ਇੱਕ ਗੱਲ ਬੜੀ ਕਮਾਲ ਦੀ ਤੁਸੀਂ ਦੱਸੀ ਹੈ ਕਿ ਜਿਹੜੀ ਐਪ ਹੈ ਵਰਲਡ ਵਾਈਡ ਕੰਮ ਕਰਦੀ ਹੈ, ਤਾਂ ਮਤਲਬ ਇਹ ਹੈ ਕਿ ਜਿੱਥੇ ਵੀ 9/11 ਜਾਂ ਜਿੱਥੇ ਵੀ ਐਮਰਜੈਂਸੀ ਰਿਸਪੌਂਡ ਕਰਦੇ ਆ, ਇੱਕ ਆਪਣੇ ਆਪ ਉੱਥੇ ਸਾਰੀ ਲਿੰਕ ਕੀਤੀ ਹੋਈ ਆ। ਹਾਂਜੀ, ਸੋ ਜਿਹੜਾ ਵੀ ਤੁਹਾਡੇ ਫੋਨ 'ਚ ਸਰਵਿਸ ਹੁੰਦੀ ਹੈ, ਫਰਜ਼ ਕਰੋ ਜਿਵੇਂ ਅਮਰੀਕਾ ਮੇਰਾ ਖਿਆਲ ਵਰਾਈਜ਼ਨ ਵੀ ਹੁੰਦਾ, AT&T ਵੀ ਹੁੰਦਾ, ਇੱਥੇ ਆਪਣੇ ਬੈਲ ਵਾਲੇ ਹੋ ਗਏ, ਟੈਲਸ ਵਾਲੇ ਹੋ ਗਏ, ਜਿੱਥੇ ਵੀ ਤੁਹਾਡਾ ਸਰਵਿਸ ਪ੍ਰੋਵਾਈਡਰ 911 ਨੂੰ ਲਿੰਕ ਕਰਦਾ ਹੁੰਦਾ, ਤੁਹਾਡਾ ਫੋਨ ਆਟੋਮੈਟਿਕਲੀ ਉਹਦੇ ਨਾਲ ਕਨੈਕਟ ਕਰੂਗਾ, ਕਿਉਂਕਿ ਜਿਹੜਾ ਫੀਚਰ ਹੈਗਾ ਇਨਬਿਲਟ 911, ਉਹ ਤੁਹਾਨੂੰ ਪੁੱਛੂਗਾ ਜਦੋਂ ਤੁਸੀਂ ਪ੍ਰੈਸ ਕਰੋਗੇ ਬਟਨ ਕਾਲ 911, ਉਹਨੇ ਫਿਰ ਤੁਹਾਨੂੰ ਪੁੱਛਣਾ ਫੋਨ 911, ਤੁਸੀਂ ਹਾਂ ਦੱਬੋਗੇ, ਰਾਈਟ ਵੇ ਉਹਨੂੰ ਕਨੈਕਟ ਕਰ ਦੂਗਾ। ਅੱਛਾ, ਜਿਹੜੇ ਅਫੀਸ਼ੀਅਲਸ ਆ ਇੱਥੇ, ਉਹਨਾਂ ਵੱਲੋਂ ਕਿਸ ਦਾ ਰਿਸਪੌਂਸ ਮਿਲਿਆ ਤੁਹਾਨੂੰ ਜਦੋਂ ਤੁਸੀਂ ਐਪ ਰਿਲੀਜ਼ ਕੀਤੀ?
ਬਹੁਤ ਵਧੀਆ ਜੀ, ਕਿਉਂਕਿ ਹੁਣ ਜਿਹੜੀ ਅਫੀਸ਼ੀਅਲਸ ਨੇ ਸਰਕਾਰ ਵੱਲੋਂ ਹੋਣ, ਹੈਲਥ ਵੱਲੋਂ ਹੋਣ, ਸਾਰਿਆਂ ਨੂੰ ਪਤਾ ਇਹ ਬਹੁਤ ਵੱਡਾ ਕ੍ਰਾਈਸਿਸ ਹੈ, ਬਹੁਤ ਵੱਡਾ ਕ੍ਰਾਈਸਿਸ, ਕਿੰਨੇ ਸਾਲਾਂ ਤੋਂ ਚੱਲਦਾ ਨਾਲੇ। ਪੀਕ ਪੀਰੀਅਡਸ ਹੁਣ ਹਿੱਟ ਹੋਣ ਲੱਗ ਗਏ, ਜਿਹੜਾ ਮਈ ਜੂਨ ਸੀ ਬਹੁਤ ਮਾੜੇ ਸੀਗੇ ਓਵਰਡੋਸ ਡੈਥਸ ਵੱਲੋਂ। ਸੋ ਜਿਹੜੇ ਅਫੀਸ਼ੀਅਲਸ ਨੇ, ਹੈਲਥ ਅਥਾਰਟੀਜ਼ ਨੇ, ਸਭ ਨੂੰ ਪਤਾ ਇਹ ਬਹੁਤ ਵੱਡੀ ਪ੍ਰੋਬਲਮ ਹੈ, ਪਰ ਉਹਨਾਂ ਨੂੰ ਕਰਦਿਆਂ ਨੂੰ ਆਪਾਂ ਹਾਲੇ ਵੀ ਇੱਥੇ ਪਹੁੰਚੇ ਹੋਏ ਹਾਂ। ਸੋ ਹੁਣ ਸਾਨੂੰ ਇਹ ਰਿਲੀਜ਼ ਕਰਨੀ ਪਈ ਹੈ ਤਾਂ ਕਿ ਇਹ ਜਿਹੜੇ ਗੈਪਸ ਨੇ, ਤਾਂ ਕਿ ਇਹ ਨੰਬਰਸ ਵਧੀ ਨਾ ਜਾਣ। ਹੁਣ ਫਸਟ ਟਾਈਮ ਆਪਣੀ ਕਮਿਊਨਿਟੀ ਸਾਊਥ ਏਸ਼ੀਅਨ, ਕਿਉਂਕਿ ਮੈਨੂੰ ਵੀ ਇਹ ਹੈ ਵੀ ਮੈਂ ਤਾਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਹੀ ਰੈਪਰੈਜ਼ੈਂਟ ਕਰਦਾ। ਸੋ ਜੇ ਸਾਡੀ ਕਮਿਊਨਿਟੀ ਨੂੰ ਕੋਈ ਪ੍ਰੋਬਲਮ ਹੈ, ਸਾਨੂੰ ਹੀ ਕੁਛ ਕਰਨਾ ਚਾਹੀਦਾ। ਇਹ ਨਹੀਂ ਵੀ ਸਰਕਾਰ ਵੱਲ ਦੇਖੀ ਜਾਈ ਵੀ ਤੁਸੀਂ ਕੁਛ ਕਰੋ ਜੀ। ਜੇ ਸਾਡੇ ਕੋਲ ਸਕਿੱਲਸ ਐਬਿਲਿਟੀਜ਼ ਹੈਗੇ ਨੇ ਕੁਛ ਕਰਨ ਨੂੰ, ਇਹ ਆਪਾਂ ਨੂੰ ਹੀ ਲਾਂਚ ਕਰਨੇ ਚਾਹੀਦੇ। ਐਪ ਮੰਨ ਲਓ ਕਿ ਪਹਿਲੀ ਵਾਰ ਕੋਈ ਐਪ ਆਈ ਇਸ ਮਾਮਲੇ 'ਚ, ਪਹਿਲਾਂ ਕੋਈ ਐਪ ਹੈ ਨਹੀਂ ਸੀ। ਨਹੀਂ ਜੀ, ਹਾਂ, ਨਹੀਂ, ਹੋਰ ਐਪਸ ਹੈਗੇ ਨੇ ਜਿਹੜੇ ਐਕਚੁਅਲੀ ਜਿਹੜੇ ਵਿਕਟਮਸ ਨੇ ਉਹਨਾਂ ਲਈ ਬਣੇ ਹੋਏ ਨੇ। ਉਹ 6-7 ਉਹ ਜਿਹੇ ਹੈਗੇ ਨੇ। ਅਮਰੀਕਾ 'ਚ ਮੇਰੇ ਖਿਆਲ 2-3 ਚੱਲਦੇ ਨੇ, ਆਪਣੇ ਕੈਨੇਡਾ 'ਚ ਵੀ ਚੱਲਦੇ ਨੇ। ਸੋ ਟੋਟਲ ਅਬਾਊਟ 6-7 ਉਹ ਜਿਹੇ ਹੈਗੇ ਨੇ। ਪਰ ਇਹ ਫਸਟ ਟਾਈਮ ਉਹ ਐਪ ਹੈ ਜਿਹੜੀ ਟੋਟਲੀ ਕਮਿਊਨਿਟੀ ਵਾਈਡ ਉਹਨੂੰ ਇੰਗੇਜ ਕਰਦੀ ਹੈ। ਵੈਸੇ ਵੀ ਜਦੋਂ ਜੇਕਰ ਬੰਦਾ ਕੋਈ ਓਵਰਡੋਸ ਨਾਲ ਜੂਝ ਰਿਹਾ, ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਉਹ ਇਸ ਹਾਲਾਤ 'ਚ ਹੋਊਗਾ ਕਿ ਕੋਈ ਐਪ ਕਰੇ, ਜਾਂ ਮੈਨੂੰ ਲੱਗਦਾ ਸ਼ਾਇਦ ਉਹਦਾ ਸਾਹ ਵੀ ਮੁਸ਼ਕਿਲ ਨਾਲ ਲੈਂਦੇ, ਬੋਲ ਨਹੀਂ ਸਕਦੇ। ਹਾਂਜੀ, ਬਿਲਕੁਲ ਜੀ। ਨਾਲੇ ਇਕੱਲਾ ਇਹ ਨਹੀਂ ਜੀ, ਦੇਖੋ ਜਿਹੜੇ ਕਈ ਵਾਰੀ, ਸਾਰੇ ਨਹੀਂ ਪਰ ਕਈ ਜਿਹੜੇ ਵਿਕਟਮਸ ਹੁੰਦੇ ਨੇ, ਉਹ ਕਿਸੇ ਨੇ ਸਾਨੂੰ ਫੀਡਬੈਕ ਵੀ ਦਿੱਤੀ ਸੀ, ਕਹਿੰਦੇ ਜਦੋਂ ਅਗਲਾ ਨਸ਼ੇ ਕਰ ਰਿਹਾ ਹੁੰਦਾ, ਉਹਦੀ ਪ੍ਰਾਇੋਰਟੀ ਤਾਂ ਹੁੰਦੀ ਨਹੀਂ ਵੀ ਮੈਂ ਫੋਨ ਚੱਕਾਂ ਅਤੇ ਉਹਦੇ 'ਚ ਦੇਖਾਂ ਵੀ ਮੈਂ ਕੀ ਕਰਨਾ ਜਾਂ ਕੀ ਨਹੀਂ ਕਰਨਾ ਚਾਹੀਦਾ। ਕਈਆਂ ਕੋਲ ਫੋਨ ਵੀ ਨਹੀਂ ਹੁੰਦੇ, ਜੇ ਫੋਨ ਹੈਗਾ ਉਹਨਾਂ ਕੋਲ ਐਕਸੈਸ ਵਾਈਫਾਈ ਲਈ ਨਹੀਂ ਹੁੰਦਾ। ਸੋ ਹੁਣ ਅਸੀਂ ਕੀ ਕਰਦੇ ਹਾਂ, ਇਸ ਨਾਲ ਜਿਹੜੀ ਕਮਿਊਨਿਟੀ ਜਿੱਥੇ ਸਟਰੈਂਥ ਹੈਗੀ ਆ ਉਹਨੂੰ ਹੀ ਲੈਵਰੇਜ ਕਰਦੇ ਹਾਂ ਅਸੀਂ। ਵੀ ਸਟਰੈਂਥ ਜੇ ਆਪਣੀ ਇਹ ਹੈਗੀ ਵੀ ਆਪਣੀ ਕਮਿਊਨਿਟੀ ਦੀ ਗਿਣਤੀ ਮੈਂਬਰਸ ਬਹੁਤ ਜ਼ਿਆਦਾ ਨੇ, ਅਤੇ ਉਹਨਾਂ 'ਚ ਮੋਬਿਲਿਟੀ ਮੋਬਾਈਲ ਫੋਨਸ ਵੀ ਹੈ, ਵਾਈਫਾਈ ਵੀ ਹੈ, ਸਕਿੱਲਸ ਐਬਿਲਿਟੀ ਵੀ ਹੈ। ਫਿਰ ਕਿਉਂ ਨਾ ਉਹ ਕਮਿਊਨਿਟੀ ਨੂੰ ਐਕਟੀਵੇਟ ਕਰੀਏ, ਕਿਉਂ ਨਾ ਉਹਨਾਂ ਨੂੰ ਸਟਰੈਂਥ ਦੇਈਏ ਤਾਂ ਕਿ ਉਹ ਰਿਸਪੌਂਡ ਕਰ ਸਕਣ। ਜੀ, ਅੱਛਾ, ਇੱਕ ਮੈਂ ਲਾਸਟ 'ਚ ਹੋਰ ਪੁੱਛਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਐਪ ਆ, ਤੁਸੀਂ ਚਾਹੁੰਦੇ ਆ ਕਿ ਇਹ ਬਹੁਤ ਜ਼ਿਆਦਾ, ਕਿਉਂਕਿ ਵਰਲਡ ਵਾਈਡ ਤਾਂ ਇਹ ਹੈਗੀ ਆ, ਰੱਖਦੀ ਆ ਸਮਰੱਥਾ, ਕੰਮ ਕਰ ਸਕਦੀ ਹੈ, ਕਿ ਗੌਰਮੈਂਟ ਇਹਨੂੰ ਕੋਈ ਸਪੋਰਟ ਕਰੇ? ਹਾਂਜੀ, ਅਖੀਰ 'ਤੇ ਤਾਂ ਇਹੀ ਅਸੀਂ ਕੋਸ਼ਿਸ਼ ਕਰਾਂਗੇ। ਹੁਣ ਦੇਖੋ ਸਰਕਾਰ, ਜਿਵੇਂ ਤੁਸੀਂ ਦੱਸਿਆ ਸੀ ਨਾ, ਕੋਵਿਡ ਚੱਲ ਰਿਹਾ ਬਹੁਤ, ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਚੀਜ਼ ਆ ਰਹੀ ਹੈ ਅਤੇ ਦੁਨੀਆ ਨੂੰ ਕਿਵੇਂ ਹਿਲਾਊਗੀ। ਸੋ ਜਿਹੜੀ ਪੈਂਡੈਮਿਕ ਕਰਕੇ ਕੁਛ ਚੀਜ਼ਾਂ ਪ੍ਰਾਇੋਰਟੀ ਸਰਕਾਰ ਦੀਆਂ, ਫੈਡਰਲ ਹੋਣ, ਪ੍ਰੋਵਿੰਸ਼ਲ ਹੋਣ, ਉਸ ਪਾਸੇ ਡੈਡੀਕੇਟਡ ਨੇ, ਹੋਣੀਆਂ ਵੀ ਚਾਹੀਦੀਆਂ ਨੇ, ਕਿ ਉਹ ਬਹੁਤ ਜ਼ਰੂਰੀ ਹੈ ਵੀ ਆਪਾਂ ਉਸ ਚੀਜ਼ ਨੂੰ ਟੈਕਲ ਕਰੀਏ। ਪਰ ਹੌਲੀ ਹੌਲੀ ਉਹਨਾਂ ਦਾ ਧਿਆਨ ਇਸ ਪਾਸੇ ਵੀ ਆ ਜਾਣਾ। ਹੁਣ ਜਦੋਂ ਕੋਵਿਡ ਦਾ ਥੋੜ੍ਹਾ ਸੈਟਲ ਡਾਊਨ ਹੋ ਗਿਆ ਜਾਂ ਹੋ ਜਾਣਾ, ਸਰਕਾਰ, ਫੈਡਰਲ ਸਰਕਾਰ ਨੇ ਜ਼ਰੂਰ ਇਸ ਪਾਸੇ ਧਿਆਨ ਰੱਖਣਗੇ, ਅਤੇ ਇਹ ਜਿਹੜਾ ਸੋਲੂਸ਼ਨ ਆ, ਮੈਨੂੰ ਕੋਈ ਡਾਊਟ ਨਹੀਂ ਵੀ ਹਾਂਜੀ ਪੂਰਾ ਸਪੋਰਟ ਕਰਨਗੇ ਉਹਨੂੰ। ਜੀ ਬਿਲਕੁਲ। ਅੱਛਾ, ਇੱਕ ਜੇ ਤੁਸੀਂ ਕਹਿੰਦੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਜਾਂ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਨਾ, ਕਈ ਵਾਰੀ ਆਪਣੀ ਕਮਿਊਨਿਟੀ ਹਾਲਾਂਕਿ ਬਹੁਤ ਹੈਲਪਫੁਲ ਵੀ ਆ, ਪਰ ਕਈ ਲੋਕ ਹੁੰਦੇ ਉਹ ਘਬਰਾ ਜਾਂਦੇ ਜੇ ਕਹਿੰਦੇ ਵੀ ਚਲੋ ਅਸੀਂ ਕੀ ਕਰਨਾ, ਕਿਉਂਕਿ ਸ਼ਾਇਦ ਇੰਡੀਆ ਤੋਂ ਕੁਛ ਇਸ ਤਰ੍ਹਾਂ ਦਾ ਪ੍ਰਭਾਵ ਬਣ ਕੇ ਆਉਂਦਾ, ਜਿਹੜੇ ਤਾਜ਼ੇ ਆਉਂਦੇ ਆ ਵੀ ਨਹੀਂ ਯਾਰ ਇਸ ਪੰਗੇ ਨਹੀਂ ਪੈਣਾ ਚਾਹੀਦਾ। ਉਸ ਕਮਿਊਨਿਟੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਮੈਂ ਤੁਹਾਨੂੰ ਐਕਚੁਅਲੀ ਇੱਕ ਕਹਾਣੀ ਕਿਸੇ ਦੀ ਦੱਸ ਦਿੰਦਾ। ਜਿਹੜੇ ਐਗਜ਼ੈਕਟਲੀ ਤੁਸੀਂ ਦੱਸਿਆ ਵੀ ਹਾਂ ਜਿਹੜੇ ਇੰਡੀਆ ਤੋਂ ਆਉਂਦੇ ਨੇ, ਉਹ ਨਵੇਂ ਆਏ ਸੀ, ਨਵਾਂ ਪਰਿਵਾਰ ਆਇਆ ਸੀ, ਅਤੇ ਉਹ ਬੜੇ ਪੜ੍ਹੇ ਲਿਖੇ ਸੀਗੇ, ਆਪ ਇੰਜੀਨੀਅਰ ਸੀਗੇ, ਵਾਈਫ ਉਹ ਵੀ ਨਰਸ ਸੀਗੀ ਉਹਨਾਂ ਦੀ, ਅਤੇ ਉਹਨਾਂ ਨੂੰ ਇਹ ਸੀ ਬੱਚੇ ਵੀ ਉਸ ਹਿਸਾਬ ਨਾਲ ਪੜ੍ਹਾਈ 'ਚ ਬਹੁਤ ਤਕੜੇ ਸੀਗੇ, ਪੜ੍ਹਾਈ ਸਪੋਰਟਸ ਵੀ ਬਹੁਤ ਠੀਕ ਕਰ ਰਹੇ ਸੀਗੇ। ਅਤੇ ਉਹਨਾਂ ਨੂੰ ਜਦੋਂ ਮੈਂ ਮਿਲਿਆ, ਉਹ ਸਿਚੁਏਸ਼ਨ ਉਹਨਾਂ ਦਾ ਇਹ ਸੀ ਘਰ 'ਚ ਵੀ ਜਿੱਥੇ ਉਹਨੂੰ ਪਤਾ ਹੀ ਨਹੀਂ ਸੀ ਬੱਚਾ ਨਸ਼ਾ ਕਰ ਰਿਹਾ ਸੀਗਾ, ਅਤੇ ਕਿੱਥੋਂ ਉਹਨੂੰ ਮਿਲਿਆ ਇਹ ਨਹੀਂ ਪਤਾ। ਆਪਾਂ ਨੂੰ ਪਤਾ ਹੀ ਵੀ ਨਸ਼ੇ ਤਾਂ ਕਿਤੋਂ ਵੀ ਆ ਸਕਦੇ ਆ ਅੱਜ ਕੱਲ੍ਹ। ਅਤੇ ਇੰਨੀ ਜ਼ਿਆਦਾ ਉਹਦੀ ਡਾਊਨਗ੍ਰੇਡ ਹੋਈ ਸੀ, ਪਰਸਨੈਲਿਟੀ, ਫਿਜ਼ੀਕਲੀ ਵੇਅਰ ਡਾਊਨ, ਸਪੋਰਟਸ ਵੀ ਹਟ ਗਿਆ, ਪੜ੍ਹਾਈ ਵੀ ਉਹ ਘਟਣ ਲੱਗ ਗਈ ਉਹਦੀ। ਅਤੇ ਇੱਕਦਮ ਉਹਨਾਂ ਦੇ ਪਰਿਵਾਰ ਟੋਟਲੀ ਹਿੱਲ ਗਿਆ ਉਸ ਚੀਜ਼ ਤੋਂ। ਵਾਈਫ ਨੂੰ ਕੰਮ ਛੱਡਣਾ ਪਿਆ ਤਾਂ ਕਿ ਬੱਚੇ ਦਾ ਧਿਆਨ ਰੱਖਣਾ। ਬੱਚੇ ਦੀ ਬੜੀ ਸਿਕਨੈਸਿਸ ਹੋਣ ਲੱਗੀ। ਐਡਿਕਸ਼ਨ ਬਹੁਤ ਮਾੜੀ ਚੀਜ਼ ਹੈ। ਸੋ ਇਹ ਜੇ ਆਪਾਂ ਨੂੰ ਲੱਗਦਾ ਨਾ ਵੀ ਇੰਡੀਆ ਤੋਂ ਉੱਠ ਕੇ ਜਾਂ ਆਪਣੇ ਜਿਹੜਾ ਵਿਰਸਾ ਨਾਲ ਹੀ ਆਪਾਂ ਸਾਫ਼ ਰੱਖਾਂ ਵੀ ਇਹੋ ਜਿਹੀ ਪ੍ਰੋਬਲਮ ਨਹੀਂ ਆਉਣੀ, ਜਾਂ ਰਿਲੀਜਨ ਦੇ ਤੌਰ 'ਤੇ ਵੀ ਹਾਂ ਰਿਲੀਜਨ ਆਪਾਂ ਨੂੰ ਬਚਾ ਕੇ ਰੱਖੂਗੀ, ਉਹ ਗੱਲ ਹੁਣ ਤਾਂ ਆਪਣੇ ਹਿਸਟੋਰਿਕ ਹਾਈਜ਼ ਹੋਣ ਲੱਗ ਗਏ ਰੇਟਸ। ਸੋ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ। ਥੋੜ੍ਹਾ ਬਹੁਤਾ ਤਾਂ ਕਰਨੀਆਂ, ਪਰ ਉਹ ਅਖੀਰ 'ਤੇ ਕਰਨੀਆਂ। ਰਾਈਟ ਅਵੇ ਆਪਾਂ ਨੂੰ ਇੰਟਰਵੈਂਸ਼ਨ ਚਾਹੀਦੀ ਹੁੰਦੀ ਉਸ ਮੌਕੇ 'ਤੇ, ਜਦੋਂ ਅਗਲਾ ਸਟਰਗਲ ਕਰਦਾ ਹੁੰਦਾ, ਜਦੋਂ ਉਹਨਾਂ ਦੀ ਐਕਚੁਅਲ ਸਰੀਰ ਉਹਨਾਂ ਦਾ ਓਵਰਡੋਸ ਸਿਚੁਏਸ਼ਨ 'ਚ ਹੁੰਦਾ, ਉਹ ਕੀ ਕਰਨਾ ਤੁਸੀਂ ਉਸ ਟਾਈਮ 'ਤੇ। ਥੈਂਕ ਯੂ। ਸੋ ਬਹੁਤ ਵਧੀਆ ਤੁਸੀਂ ਕੰਮ ਸ਼ੁਰੂ ਕੀਤਾ, ਤੁਹਾਨੂੰ ਗੁੱਡ ਲੱਗਾ ਕਿ ਕਮਿਊਨਿਟੀ ਨੂੰ ਵੀ ਅਪੀਲ ਹੈ ਕਿ ਉਹ ਜ਼ਰੂਰ ਤੁਹਾਡੇ ਨਾਲ ਅੱਗੇ ਜੁੜੇ।
ਜ਼ਰੂਰ ਜੀ, ਹਾਂਜੀ। ਮੇਨ ਪੁਆਇੰਟ ਤਾਂ ਇਹ ਹੈ ਵੀ ਜਿੰਨੇ ਵੀ ਸ਼ਾਮਲ ਹੋ ਸਕਦੇ ਨੇ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਣ, ਸਾਡੀ ਕੰਪਨੀ ਨੂੰ ਡਾਇਰੈਕਟਲੀ ਕੰਟੈਕਟ ਕਰਨ। ਐਪ ਟੋਟਲੀ ਫ੍ਰੀ ਹੈ, ਤੁਸੀਂ stopoverdoseapp.com ਤੇ ਜਾਓ, ਡਾਊਨਲੋਡ ਕਰੋ, ਟੋਟਲੀ ਫ੍ਰੀ। ਹਰੇਕ ਦੇ ਫੋਨ 'ਚ ਹੋਣਾ ਚਾਹੀਦਾ, ਆਪਦੇ ਫਰੈਂਡਸ ਫੈਮਿਲੀ ਸਿਆਣੇ ਤੋਂ ਲੈ ਕੇ ਛੋਟੇ ਤਾਈਂ ਸਾਰਿਆਂ ਨੂੰ ਕਹੋ ਵੀ ਫੋਨ 'ਤੇ ਤੁਹਾਡਾ ਜ਼ਰੂਰ ਹੋਣੀ ਚਾਹੀਦਾ। ਅਤੇ ਮੇਨਲੀ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਨਾ ਵੀ ਬੈਠ ਕੇ ਪ੍ਰੈਕਟਿਸ ਕਰੋ, ਗੱਲਬਾਤ ਕਰੋ, ਘਰ 'ਚ ਗੱਲਬਾਤ ਕਰਿਆ ਕਰੀਏ ਆਪਾਂ। ਜੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਉਪਕਾਰ, ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਐਪ ਆ ਬਿਲਕੁਲ ਫ੍ਰੀ ਆ। ਜਿਹੜੀ ਐਪ ਦੀ ਸਮਰੱਥਾ ਆ ਪੂਰੀ ਦੁਨੀਆ 'ਚ ਕੰਮ ਕਰ ਸਕਦੀ ਹੈ, ਔਰ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਖਾਸ ਪੰਜਾਬੀ 'ਚ ਉਪਲਬਧ ਆ। ਸੋ ਹਰੇਕ ਕਿਸੇ ਨੂੰ ਇਹ ਐਪ ਜ਼ਰੂਰ ਜਿਹੜੀ ਆਪਣੇ ਫੋਨ 'ਚ ਜਿਹੜੀ ਹੈ ਡਾਊਨਲੋਡ ਕਰਨੀ ਚਾਹੀਦੀ ਹੈ, ਕਿਉਂਕਿ ਸਮੇਂ ਦਾ ਪਤਾ ਨਹੀਂ ਹੁੰਦਾ ਕਿੱਥੇ ਕਿਹੜੀ ਚੀਜ਼ ਨਾਲ ਟੱਕਰਾ ਹੋ ਜਾਵੇ। ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।